ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਅੰਕ 113 ਮਾਝ ਮਹਿਲਾ ਤੀਜਾ। ਸਭ ਕਟ ਆਪੇ ਭੋਗਣ ਹਾਰਾ। ਸਾਰੇ ਜੀਆਂ ਵਿੱਚ ਵਿਆਪਕ ਹੋ ਕੇ ਪ੍ਰਭੂ ਆਪ ਹੀ ਜਗਤ ਦੇ ਸਾਰੇ ਪਦਾਰਥ ਭੋਗ ਰਿਹਾ ਹੈ। ਅਲਖ ਵਰਤੈ ਅਗਮ ਅਪਾਰਾ, ਫਿਰ ਵੀ ਉਹ ਅਦ੍ਰਿਸ਼ਟ ਰੂਪ ਵਿੱਚ ਮੌਜੂਦ ਹੈ। ਅਪਹੁੰਚ ਹੈ ਤੇ ਬੇਅੰਤ ਹੈ। ਗੁਰ ਕੇ ਸ਼ਬਦ ਮੇਰਾ ਹਰ ਪ੍ਰਭ ਧਿਆਈਐ, ਸਹਿਜੇ ਸੱਚ ਸਮਾਵਣਿਆ। ਉਸ ਪਿਆਰੇ ਹਰ ਪ੍ਰਭੂ ਨੂੰ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸਿਮਰਨਾ ਚਾਹੀਦਾ ਹੈ। ਜਿਹੜੇ ਮਨੁੱਖ ਸਿਮਰਦੇ ਹਨ ਉਹ ਆਤਮਿਕ ਅਡੋਲਤਾ ਵਿੱਚ ਸਦਾ ਸਥਿਰ ਪ੍ਰਭੂ ਵਿੱਚ ਸਮਾਏ ਰਹਿੰਦੇ ਹਨ। ਹਉ ਵਾਰੀ ਜੀਉ ਵਾਰੀ, ਗੁਰ ਸ਼ਬਦ ਮਨ ਵਸਾਵਣਿਆ। ਮੈਂ ਸਦਾ ਉਸ ਮਨੁੱਖ ਤੋਂ ਸਦਕੇ ਕਰਵਾਉਣ ਜਾਂਦਾ ਹਾਂ ਜਿਹੜਾ ਸਤਿਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿੱਚ ਵਸਾਉਂਦਾ ਹੈ। ਸ਼ਬਦ ਸੂਝੇ ਤਾਂ ਮਨ ਸਿਉ ਲੂਝੈ, ਮਨਸਾ ਮਾਰ ਸਵਾਵਣਿਆ। ਰਹਾਉ। ਜਦੋਂ ਗੁਰੂ ਦਾ ਸ਼ਬਦ ਮਨੁੱਖ ਦੇ ਅੰਤਰ ਆਤਮੇ ਟਿਕਦਾ ਹੈ ਤਾਂ ਉਹ ਆਪਣੇ ਮਨ ਨਾਲ ਟਾਕਰਾ ਕਰਦਾ ਹੈ ਤੇ ਮਨ ਦੀਆਂ ਕਾਮਨਾ ਮਾਰ ਕੇ ਪ੍ਰਭੂ ਚਰਨਾਂ ਵਿੱਚ ਲੀਨ ਰਹਿੰਦਾ ਹੈ। ਰਹਾਉ। ਪੰਜ ਦੂਤ ਮੋਹੇ ਸੰਸਾਰਾ, ਕਾਮਦਿਕ ਪੰਜ ਵੈਰੀ ਜਗਤ ਦੇ ਆਤਮਿਕ ਜੀਵਨ ਨੂੰ ਲੁੱਟ ਰਹੇ ਹਨ। ਮਨ ਮੁਖ ਅੰਧੇ ਸੁਧ ਨਾ ਸਾਰਾ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਤੇ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਮਨੁੱਖ ਨੂੰ ਨਾ ਅਕਲ ਹੈ ਨਾ ਇਸ ਲੁੱਟ ਦੀ ਖਬਰ ਹੈ। ਗੁਰਮੁਖ ਹੋਵੇ ਸੋ ਆਪਣਾ ਘਰ ਰਾਖੈ, ਪੰਚ ਦੂਤ ਸ਼ਬਦ ਬਚਾਵਣਿਆ। ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਆਪਣਾ ਘਰ ਬਚਾ ਲੈਂਦਾ ਹੈ। ਉਹ ਗੁਰੂ ਦੇ ਸ਼ਬਦ ਵਿੱਚ ਟਿਕ ਕੇ ਇਹਨਾਂ ਪੰਜਾਂ ਵੈਰੀਆਂ ਦਾ ਨਾਸ ਕਰ ਲੈਂਦਾ ਹੈ। ਇੱਕ ਗੁਰਮੁਖ ਸਦਾ ਸੱਚੇ ਰੰਗ ਰਾਤੇ। ਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ ਉਹ ਸਦਾ ਸਿਰ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ। ਸਹਿਜੇ ਪ੍ਰਭ ਸੇਵੈ ਅਨਦਿਨ ਮਾਤੇ। ਉਹ ਆਤਮਿਕ ਅਟੋਲਤਾ ਵਿੱਚ ਮਸਤ ਹਰ ਵੇਲੇ ਪ੍ਰਭੂ ਦਾ ਸਿਮਰਨ ਕਰਦੇ ਹਨ। ਮਿਲ ਪ੍ਰੀਤਮ ਸੱਚੇ ਗੁਣ ਗਾਵੈ, ਹਰ ਦਰ ਸੋਭਾ ਪਾਵਣਿਆ। ਉਹ ਪ੍ਰੀਤਮ ਪ੍ਰਭੂ ਨੂੰ ਮਿਲ ਕੇ ਉਹ ਸਦਾ ਪ੍ਰਭੂ ਦੇ ਗੁਣ ਗਾਉਂਦੇ ਹਨ ਤੇ ਪ੍ਰਭੂ ਦੇ ਦਰ ਤੇ ਇੱਜ਼ਤ ਹਾਸਲ ਕਰਦੇ ਹਨ। ਏਕਮ ਏਕੇ ਆਪ ਪਾਇਆ। ਪਹਿਲਾਂ ਪ੍ਰਭੂ ਇਕੱਲਾ ਆਪ ਨਿਰਗੁਣ ਸਰੂਪ ਸੀ ਤੇ ਉਸਨੇ ਆਪਣੇ ਆਪ ਨੂੰ ਪ੍ਰਗਟ ਕੀਤਾ। ਦਵੀਦਾ ਦੂਜਾ ਤਿਰਵਿਧ ਮਾਇਆ। ਇਸ ਤਰ੍ਹਾਂ ਫਿਰ ਉਸ ਦੋ ਕਿਸਮਾਂ ਵਾਲਾ ਨਿਰਗੁਣ ਤੇ ਸਰਗੁਣ ਰੂਪਾਂ ਵਾਲਾ ਬਣ ਗਿਆ ਤੇ ਉਸਨੇ ਤਿੰਨ ਗੁਣਾਂ ਵਾਲੀ ਮਾਇਆ ਰਚ ਦਿੱਤੀ। ਚੌਥੀ ਪੌੜੀ ਗੁਰਮੁਖ ਉੱਚੀ, ਸੱਚੋ ਸੱਚ ਕਮਾਵਣਿਆ। ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਸ ਦਾ ਆਤਮਿਕ ਟਿਕਾਣਾ ਮਾਇਆ ਦੇ ਤਿੰਨਾਂ ਗੁਣਾਂ ਦੇ ਪ੍ਰਭਾਵ ਤੋਂ ਤਾਂ ਉੱਚਾ ਰਹਿੰਦਾ ਹੈ। ਉਹ ਸਦਾ ਸਦਾ ਸਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਕਰਦਾ ਰਹਿੰਦਾ ਹੈ। ਸਭ ਹੈ ਸੱਚਾ ਜੇ ਸੱਚੇ ਭਾਵੇ। ਜੇ ਸਦਾ ਸਿਰ ਪ੍ਰਭੂ ਦੀ ਰਜਾ ਹੋਵੇ ਤਾਂ ਜਿਸ ਮਨੁੱਖ ਉੱਤੇ ਉਹ ਮਿਹਰ ਕਰਦਾ ਹੈ ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਸਦਾ ਸਿਰ ਪਰਮਾਤਮਾ ਹਰ ਥਾਂ ਮੌਜੂਦ ਹੈ। ਜਿਨ ਸੱਚ ਜਾਤਾ ਸੋ ਸਹਿਜ ਸਮਾਵੇ। ਪ੍ਰਭੂ ਦੀ ਮਿਹਰ ਨਾਲ ਜਿਸ ਮਨੁੱਖ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਉਹ ਆਤਮਿਕ ਅਟੋਲਤਾ ਵਿੱਚ ਲੀਨ ਰਹਿੰਦਾ ਹੈ। ਗੁਰਮੁਖ ਕਰਨੀ ਸੱਚੇ ਸੇਵੈ, ਸਾਚੇ ਜਾਏ ਸਮਾਵਣਿਆ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਕਰਤੱਵ ਇਹ ਹੈ ਕਿ ਉਹ ਸਦਾ ਸਿਰ ਪ੍ਰਭੂ ਦਾ ਸਿਮਰਨ ਕਰਦੇ ਰਹਿੰਦੇ ਹਨ ਤੇ ਸਦਾ ਸਿਰ ਪ੍ਰਭੂ ਵਿੱਚ ਹੀ ਜਾ ਕੇ ਲੀਨ ਹੋ ਜਾਂਦੇ ਹਨ। ਸੱਚੇ ਵਾਜੋਂ ਕੋ ਅਵਰ ਨਾ ਦੂਆ। ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਤੋਂ ਬਿਨਾਂ ਕੋਈ
ਹੋਰ ਦੂਜਾ ਆਤਮਿਕ ਆਨੰਦ ਦੇਣ ਵਾਲਾ ਨਹੀਂ ਹੈ। ਦੂਜੇ ਲਗ ਜਗ ਖਪ ਖਪ ਮੂਆ ਜਗਤ ਉਸ ਨੂੰ ਵਿਸਾਰ ਕੇ ਤੇ ਸੁੱਖ ਦੀ ਖਾਤਰ ਮਾਇਆ ਦੇ ਮੋਹ ਵਿੱਚ ਫਸ ਕੇ ਦੁਖੀ ਹੋ ਕੇ ਆਤਮਿਕ ਮੌਤ ਸੇੜਦਾ ਹੈ। ਗੁਰਮੁਖ ਹੋਵੇ ਸੋ ਏਕੋ ਜਾਣੇ, ਏਕੋ ਸੇਵ ਸੁਖ ਪਾਵਣਿਆ। ਜਿਹੜਾ ਮਨ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਇੱਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਉਂਦਾ ਹੈ। ਉਹ ਇੱਕ ਪਰਮਾਤਮਾ ਦਾ ਹੀ ਸਿਮਰਨ ਕਰਕੇ ਆਤਮਿਕ ਆਨੰਦ ਮਾਣਦਾ ਹੈ। ਜੀ ਜੰਤ ਸਭ ਸਰਨ ਤੁਮਾਰੀ ਹੈ, ਪ੍ਰਭੂ ਜਗ ਦੇ ਸਾਰੇ ਜੀਵ ਤੇਰਾ ਹੀ ਆਸਰਾ ਤੱਕ ਸਕਦੇ ਹਨ। ਆਪੇ ਤਰ ਦੇਖੇ ਕੱਚੀ ਪੱਕੀ ਸਾਰੀ ਹੈ, ਪ੍ਰਭੂ ਇਹ ਤੇਰਾ ਰਚਿਆ ਜਗਤ ਮਨੋਂ ਚੌਪੜ ਦੀ ਖੇਡ ਹੈ। ਤੂੰ ਆਪ ਹੀ ਇਹ ਚੌਪੜ ਉੱਤੇ ਕੱਚੀਆਂ ਪੱਕੀਆਂ ਨਜ਼ਰਾਂ ਪਾ ਉੱਚੇ ਤੇ ਉੱਚੇ ਜੀਵਨ ਵਾਲੇ ਜੀਵ ਰਚ ਕੇ ਇਹਨਾਂ ਦੀ ਸੰਭਾਲ ਕਰਦਾ ਹੈ। ਅੰਦਨ ਆਪੇ ਕਾਰ ਕਰਾਏ, ਆਪੇ ਮੇਲ ਮਿਲਾਵਣਿਆ। ਹਰ ਰੋਜ਼ ਹਰ ਵੇਲੇ ਪ੍ਰਭੂ ਆਪ ਹੀ ਜੀਵਾਂ ਵਿੱਚ ਵਿਆਪਕ ਹੋ ਕੇ ਜੀਵਾਂ ਪਾਸੋਂ ਕਾਰ ਕਰਾਉਂਦਾ ਹੈ ਤੇ ਆਪ ਹੀ ਆਪਣੇ ਚਰਨਾਂ ਵਿੱਚ ਮਿਲਾਉਂਦਾ ਹੈ। ਤੂੰ ਆਪੇ ਮੇਲੇ ਵੇਖੇ ਹਦੂਰ, ਤੂੰ ਆਪ ਹੀ ਜੀਵਾਂ ਦੇ ਅੰਗ ਸੰਗ ਹੋ ਕੇ ਸਭ ਦੀ ਸੰਭਾਲ ਕਰਦਾ ਹੈ ਤੇ ਆਪਣੇ ਚਰਨਾਂ ਵਿੱਚ ਜੋੜਦਾ ਹੈ। ਸਭ ਮੈਂ ਆਪ ਰਿਹਾ ਭਰਪੂਰ, ਸਭ ਜੀਵਾਂ ਵਿੱਚ ਪ੍ਰਭੂ ਆਪ ਹੀ ਹਾਜ਼ਰ ਨਾਜ਼ਰ ਮੌਜੂਦ ਹੈ। ਨਾਨਕ ਆਪੇ ਆਪ ਵਰਤੈ, ਗੁਰਮੁਖ ਸੋਝੀ ਪਾਵਣਿਆ। ਹੇ ਨਾਨਕ, ਸਭ ਤਾਈਂ ਪ੍ਰਭੂ ਆਪ ਹੀ ਵਰਤ ਰਿਹਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਨੂੰ ਇਹ ਸਮਝ ਆ ਜਾਂਦੀ ਹੈ। ਮਾਝ ਮਹਿਲਾ ਤੀਜਾ। ਅੰਮ੍ਰਿਤ ਬਾਣੀ ਗੁਰ ਕੀ ਮਿੱਠੀ। ਸਤਿਗੁਰੂ ਦੀ ਬਾਣੀ ਆਤਮਿਕ ਜੀਵਨ ਦੇਣ ਵਾਲੀ ਹੈ ਤੇ ਜੀਵਨ ਵਿੱਚ ਮਿਠਾਸ ਭਰਨ ਵਾਲੀ ਹੈ। ਗੁਰਮੁਖ ਵਿਰਲੇ ਕਿੰਨੇ ਚਖ ਡਿਠੀ, ਪਰ ਕਿਸੇ ਵਿਰਲੇ ਗੁਰਮੁਖ ਨੇ ਇਸ ਬਾਣੀ ਦਾ ਰਸ ਲੈ ਕੇ ਇਹ ਤਬਦੀਲੀ ਵੇਖੀ ਹੈ। ਅੰਤਰ ਪ੍ਰਗਾਸ ਮਹਾਰਸ ਪੀਵੈ, ਦਰ ਸੱਚੇ ਸ਼ਬਦ ਬੁਝਾਵਣਿਆ। ਜਿਹੜਾ ਮਨੁੱਖ ਗੁਰੂ ਦੀ ਬਾਣੀ ਦਾ ਸ੍ਰੇਸ਼ਟ ਰਸ ਪੀਂਦਾ ਹੈ, ਉਸਦੇ ਅੰਦਰ ਸਹੀ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ। ਉਹ ਸਦਾ ਸਿਰ ਪ੍ਰਭੂ ਦੇ ਦਰ 'ਤੇ ਟਿਕਿਆ ਰਹਿੰਦਾ। ਉਸਦੇ ਅੰਦਰ ਗੁਰੂ ਦਾ ਸ਼ਬਦ ਆਪਣਾ ਪੂਰਾ ਪ੍ਰਭਾਵ ਪਾਈ ਰੱਖਦਾ ਹੈ। ਹਉ ਵਾਰੀ ਜੀਉ ਵਾਰੀ, ਗੁਰ ਚਰਨੀ ਚਿਤ ਲਾਵਣਿਆ। ਮੈਂ ਸਦਾ ਉਸ ਪ੍ਰਭੂ ਤੋਂ ਸਦਕੇ ਕਰਵਾਉਣ ਜਾਂਦਾ ਹਾਂ ਜਿਹੜੇ ਗੁਰੂ ਦੇ ਚਰਨਾਂ ਵਿੱਚ ਆਪਣਾ ਚਿੱਤ ਜੋੜੀ ਰੱਖਦਾ ਹੈ। ਸਤਿਗੁਰ ਹੈ ਅੰਮ੍ਰਿਤਸਰ ਸਾਚਾ, ਮਨ ਨਾਵੈ ਮੈਲ ਚੁਕਾਵਣਿਆ। ਰਹਾਉ। ਸਤਿਗੁਰੂ ਆਤਮਿਕ ਜੀਵਨ ਦੇਣ ਵਾਲੇ ਜਲ ਦਾ ਕੁੰਡ ਹੈ। ਉਹ ਕੁੰਡ ਸਦਾ ਕਾਇਮ ਰਹਿਣ ਵਾਲਾ ਵੀ ਹੈ। ਜਿਸ ਮਨੁੱਖ ਦਾ ਮਨ ਉਸ ਕੁੰਡ ਵਿੱਚ ਇਸ਼ਨਾਨ ਕਰਦਾ ਹੈ, ਉਹ ਆਪਣੇ ਮਨ ਦੀ ਵਿਕਾਰਾਂ ਦੀ ਮੈਲ ਦੂਰ ਕਰ ਲੈਂਦਾ ਹੈ। ਰਹਾਉ। ਤੇਰਾ ਸੱਚੇ ਕਿਨੇ ਅੰਤ ਨਾ ਪਾਇਆ। ਹੇ ਸਦਾ ਸਥਿਰ ਰਹਿਣ ਵਾਲੇ ਪ੍ਰਭੂ, ਕਿਸੇ ਜੀਵ ਨੇ ਤੇਰੇ ਗੁਣਾਂ ਦਾ ਅਖੀਰ ਨਹੀਂ ਲੱਭਾ। ਗੁਰ ਪ੍ਰਸਾਦ ਕਿਨੇ ਵਿਰਲੇ ਚਿਤ ਲਾਇਆ। ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਤੇਰੇ ਚਰਨਾਂ ਵਿੱਚ ਆਪਣਾ ਚਿੱਤ ਜੋੜਿਆ ਹੈ। ਤੁਧ ਸਲਾਹੇ ਨਾ ਰੱਜਾਂ ਕਬਹੂੰ, ਸੱਚੇ ਨਾਮੇ ਕੀ ਭੁੱਖ ਲਾਵਣਿਆ। ਹੇ ਪ੍ਰਭੂ, ਮਿਹਰ ਕਰ ਕਿ ਮੈਂ ਤੇਰੀ ਸਿਫਤ ਸਲਾਹ ਕਰਦਾ ਕਰਦਾ ਕਿਤੇ ਵੀ ਨਾ ਰੱਜਾਂ। ਤੇਰੇ ਸਦਾ ਇੱਥੇ ਰਹਿਣ ਵਾਲੇ ਨਾਮ ਦੀ ਭੁੱਖ ਮੈਨੂੰ ਸਦਾ ਲੱਗੀ ਰਹੇ। ਏਕੋ ਵੇਖਾਂ ਅਵਰ ਨਾ ਵੀਆ। ਹੁਣ ਮੈਂ ਹਰ ਥਾਂ ਇੱਕ ਪਰਮਾਤਮਾ ਨੂੰ ਵੇਖਦਾ ਹਾਂ। ਉਸ ਤੋਂ ਬਿਨਾਂ ਮੈਨੂੰ ਕੋਈ ਹੋਰ ਨਹੀਂ ਦਿਸਦਾ। ਗੁਰ ਪ੍ਰਸਾਦੀ ਅੰਮ੍ਰਿਤ ਪੀਆ। ਗੁਰੂ ਦੀ ਕਿਰਪਾ ਨਾਲ ਮੈਂ ਆਤਮਿਕ ਜੀਵਨ ਦੇਣ ਵਾਲਾ ਹਰਨਾਮ ਰਸ ਪੀਤਾ ਹੈ। ਗੁਰ ਕੇ ਸ਼ਬਦ ਤਿਖਾ ਨਿਵਾਰੀ, ਸਹਿਜੇ ਸੂਖ ਸਮਾਵਣਿਆ।
ਗੁਰੂ ਦੇ ਸ਼ਬਦ ਜੁੜ ਕੇ ਮੈਂ ਮਾਇਆ ਦੀ ਤ੍ਰਿਸ਼ਨਾ ਦੂਰ ਕਰ ਲਈ ਹੈ। ਹੁਣ ਮੈਂ ਆਤਮਿਕ ਅਟੋਲਤਾ ਵਿੱਚ, ਆਤਮਿਕ ਆਨੰਦ ਵਿੱਚ ਲੀਨ ਰਹਿੰਦਾ ਹਾਂ। ਰਤਨ ਪਦਾਰਥ ਪੁੱਲਰ ਤਿਆਗੈ, ਗਾਫਲ ਮਨੁੱਖ ਪਰਮਾਤਮਾ ਦੇ ਨਾਮ ਰਤਨ ਨੂੰ ਦੁਨੀਆ ਦੇ ਸਭ ਪਦਾਰਥਾਂ ਨਾਲੋਂ ਸ੍ਰੇਸ਼ਟ ਪਦਾਰਥਾਂ ਨੂੰ ਤੋਰੀਏ ਦੇ ਨਾਲ ਦੇ ਵੱਟੇ ਵਿੱਚ ਹੱਥੋਂ ਗਵਾਉਂਦਾ ਰਹਿੰਦਾ ਹੈ। ਰਤਨ ਪਦਾਰਥ ਪੁੱਲਰ ਤਿਆਗੈ, ਮਨਮੁਖ ਅੰਧਾ ਦੂਜੇ ਭਏ ਲਾਗੈ। ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਮਨੁੱਖ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਪ੍ਰਭੂ ਨੂੰ ਭੁਲਾ ਕੇ ਮਾਇਆ ਦੇ ਪਿਆਰ ਵਿੱਚ ਫਸਿਆ ਰਹਿੰਦਾ ਹੈ। ਜੋ ਬੀਜੈ ਸੋਈ ਫਲ ਪਾਏ, ਸੁਪਨੇ ਸੁੱਖ ਨ ਪਾਵਣਿਆ। ਜਿਹੜਾ ਦੁੱਖਦਾਈ ਬੀਜ ਉਹ ਮਨਮੁਖ ਬੀਜਦਾ ਹੈ, ਉਸਦਾ ਉਹੀ ਦੁੱਖਦਾਈ ਫਲ ਉਹ ਹਾਸਲ ਕਰਦਾ ਹੈ। ਉਹ ਕਦੇ ਸੁਪਨੇ ਵਿੱਚ ਵੀ ਆਤਮਿਕ ਆਨੰਦ ਨਹੀਂ ਪਾਉਂਦਾ। ਆਪਣੀ ਕਿਰਪਾ ਕਰੇ ਸੋਈ ਜਨ ਪਾਏ। ਜਿਸ ਮਨੁੱਖ ਤੇ ਪਰਮਾਤਮਾ ਆਪਣੀ ਕਿਰਪਾ ਕਰਦਾ ਹੈ, ਉਹੀ ਮਨੁੱਖ ਆਤਮਿਕ ਆਨੰਦ ਪ੍ਰਾਪਤ ਕਰਦਾ ਹੈ। ਗੁਰ ਕਾ ਸ਼ਬਦ ਮਨ ਵਸਾਏ, ਕਿਉਂਕਿ ਉਹ ਗੁਰੂ ਦਾ ਸ਼ਬਦ ਆਪਣੇ ਮਨ ਵਿੱਚ ਵਸਾਈ ਰੱਖਦਾ ਹੈ। ਆਂਦਨ ਸਦਾ ਰਹੇ ਭੈ ਅੰਦਰ, ਭੈ ਮਾਰ ਭਰਮ ਚੁਕਾਵਣਿਆ। ਉਹ ਮਨੁੱਖ ਹਰ ਰੋਜ਼ ਹਰ ਵੇਲੇ ਪਰਮਾਤਮਾ ਦੇ ਡਰ ਅਦਬ ਵਿੱਚ ਟਿਕਿਆ ਰਹਿੰਦਾ ਹੈ ਅਤੇ ਉਹ ਡਰ ਅਦਬ ਦੀ ਬਰਕਤ ਨਾਲ ਆਪਣੇ ਮਨ ਨੂੰ ਮਾਰ ਕੇ ਵਿਕਾਰਾਂ ਵੱਲ ਹੀ ਦੌੜ ਭੱਜ ਦੂਰ ਕਰੀ ਰੱਖਦਾ ਹੈ। ਭਰਮ ਚੁਕਾਇਆ ਸਦਾ ਸੁਖ ਪਾਇਆ। ਜਿਸ ਮਨੁੱਖ ਨੇ ਆਪਣੇ ਮਨ ਦੀ ਵਿਕਾਰਾਂ ਵੱਲ ਦੀ ਦੌੜ ਭੱਜ ਮੁਕਾ ਲਈ, ਉਸਨੇ ਸਦਾ ਆਤਮਿਕ ਆਨੰਦ ਮਾਣਿਆ। ਗੁਰ ਪ੍ਰਸਾਦ ਪਰਮ ਪਦ ਪਾਇਆ। ਗੁਰੂ ਦੀ ਕਿਰਪਾ ਨਾਲ ਉਸਨੇ ਸਭ ਤੋਂ ਉੱਚੀ ਆਤਮਿਕ ਅਵਸਥਾ ਹਾਸਲ ਕਰ ਲਈ। ਅੰਤਰ ਨਿਰਮਲ ਬਾਣੀ, ਹਰ ਗੁਣ ਸਹਿਜੇ ਗਾਵਣਿਆ। ਜੀਵਨ ਨੂੰ ਪਵਿੱਤਰ ਕਰਨ ਵਾਲੀ ਗੁਰਬਾਣੀ ਦੀ ਸਹਾਇਤਾ ਨਾਲ ਉਸਦਾ ਮਨ ਪਵਿੱਤਰ ਹੋ ਗਿਆ। ਉਹ ਆਤਮਿਕ ਅਡੋਲਤਾ ਵਿੱਚ ਟਿਕ ਕੇ ਸਦਾ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ। ਸਿਮਰਿਤ ਸ਼ਾਸਤਰ ਵੇਦ ਵਖਾਣੇ, ਪੰਡਤ ਵੇਦ ਸ਼ਾਸਤਰ ਸਿਮਰਤੀਆਂ ਆਦਿ ਧਾਰਮਿਕ ਪੁਸਤਕ ਹੋਰਨਾਂ ਨੂੰ ਪੜ੍ਹ ਕੇ ਸੁਣਾਉਂਦਾ ਰਹਿੰਦਾ ਹੈ। ਭਰਮੇ ਪੂਲਾ ਤਤ ਨ ਜਾਣੇ, ਪਰ ਆਪ ਮਾਇਆ ਦੀ ਭਟਕਣਾ ਵਿੱਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ। ਉਹ ਅਸਲੀਅਤ ਨੂੰ ਨਹੀਂ ਸਮਝਦਾ। ਬਿਨ ਸਤਿਗੁਰ ਸੇਵੇ ਸੁਖ ਨ ਪਾਏ, ਦੁੱਖੋ ਦੁੱਖ ਕਮਾਵਣਿਆ। ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾਂ ਉਹ ਆਤਮਿਕ ਆਨੰਦ ਨਹੀਂ ਮਾਣ ਸਕਦਾ। ਦੁੱਖ ਹੀ ਦੁੱਖ ਪੈਦਾ ਕਰਨ ਵਾਲੀ ਕਮਾਈ ਕਰਦਾ ਰਹਿੰਦਾ ਹੈ। ਆਪ ਕਰੇ ਕਿਸ ਆਖੈ ਕੋਈ, ਪਰ ਇਹ ਸਾਰੀ ਖੇਡ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਸਭ ਜੀਵਾਂ ਵਿੱਚ ਵਿਆਪਕ ਹੋ ਕੇ ਪਰਮਾਤਮਾ ਆਪ ਹੀ ਸਭ ਕੁਝ ਕਰਦਾ ਹੈ। ਕਿਸ ਨੂੰ ਕੋਈ ਆਖ ਸਕਦਾ ਹੈ ਕਿ ਤੂੰ ਕੁਰਾਹੇ ਜਾ ਰਿਹਾ ਹੈ। ਆਖਣ ਜਾਈ ਅਜੇ ਭੁੱਲਾ ਹੋਈ, ਕਿਸੇ ਨੂੰ ਸਮਝਾਉਣ ਦੀ ਲੋੜ ਤਦੋਂ ਹੀ ਪੈ ਸਕਦੀ ਜੇ ਉਹ ਆਪ ਕੁਰਾਹੇ ਪਿਆ ਹੋਇਆ ਹੋਵੇ। ਨਾਨਕ ਆਪੇ ਕਰੇ ਕਰਾਈ, ਨਾਮੇ ਨਾਮ ਸਮਾਵਣਿਆ। ਹੇ ਨਾਨਕ, ਪਰਮਾਤਮਾ ਆਪ ਹੀ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਸਭ ਕੁਝ ਕਰ ਰਿਹਾ ਹੈ ਤੇ ਜੀਵਾਂ ਪਾਸੋਂ ਕਰਾ ਰਿਹਾ ਹੈ। ਉਹ ਆਪ ਹੀ ਸਰਬ ਵਿਆਪਕ ਹੋ ਕੇ ਆਪਣੇ ਨਾਮ ਵਿੱਚ ਲੀਨ ਹੋ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।